ओम शांति। ਅੱਜ 23 ਤਰੀਕ ਦੇ ਸੁਣਦੇ ਹਾਂ ਬਾਬਾ ਦੇ ਅਵਿਅਕਤ ਮਹਾਵਾਕਿਆ। ਡਿਵਾਈਸ ਕੋਰਸ ਦੀ ਮੁਰਲੀ ਹੈ 10 ਮਾਰਚ 1986 ਦੀ। ਮੁਰਲੀ ਦਾ ਸਾਰ ਹੈ ਬੇਫਿਕਰ ਬਾਦਸ਼ਾਹ ਬਣਨ ਦੀ ਯੁਕਤੀ। ਬੇਫਿਕਰ ਬਾਦਸ਼ਾਹ ਬਣਨ ਦੀ ਯੁਕਤੀ। ਅੱਜ ਬਾਪ ਦਾਦਾ ਬੇਫਿਕਰ ਬਾਦਸ਼ਾਹਾਂ ਦੀ ਸਭਾ ਵੇਖ ਰਹੇ ਨੇ। ਇਹ ਰਾਜ ਸਭਾ ਸਾਰੇ ਕਲਪ ਵਿੱਚ ਵਚਿੱਤਰ ਸਭਾ ਹੈ। ਬਾਦਸ਼ਾਹ ਤਾਂ ਬਹੁਤ ਹੋਏ ਪਰ ਬੇਫਿਕਰ ਬਾਦਸ਼ਾਹ। ਇਹ ਵਚਿੱਤਰ ਸਭਾ ਇਹ ਸੰਗਮ ਯੁਗ ਤੇ ਹੀ ਹੁੰਦੀ ਹੈ। ਇਹ ਬੇਫਿਕਰ ਬਾਦਸ਼ਾਹਾਂ ਦੀ ਸਭਾ ਸਤਯੁਗ ਦੀ ਰਾਜ ਸਭਾ ਨਾਲੋਂ ਵੀ ਸ੍ਰੇਸ਼ਟ ਹੈ, ਕਿਉਂਕਿ ਉੱਥੇ ਤਾਂ ਫਿਕਰ ਤੇ ਫਕੁਰ ਦੋਨਾਂ ਵਿੱਚ ਅੰਤਰ ਦਾ ਗਿਆਨ ਇਮਰਜ ਨਹੀਂ ਰਹਿੰਦਾ। ਫਿਕਰ ਸ਼ਬਦ ਦਾ ਪਤਾ ਨਹੀਂ ਹੁੰਦਾ, ਪਰ ਹੁਣ ਜਦਕਿ ਸਾਰੀ ਦੁਨੀਆ ਕਿਸੇ ਨਾ ਕਿਸੇ ਫਿਕਰ ਵਿੱਚ ਹੈ। ਸਵੇਰੇ ਉੱਠ ਕੇ ਆਪਣਾ ਪਰਿਵਾਰ ਦਾ, ਕੰਮ ਵਿਵਹਾਰ ਦਾ, ਮਿੱਤਰ ਸੰਬੰਧੀਆਂ ਦਾ ਕੋਈ ਫਿਕਰ ਹੋਵੇਗਾ, ਪਰ ਤੁਸੀਂ ਸਾਰੇ ਅੰਮ੍ਰਿਤ ਵੇਲੇ ਬੇਫਿਕਰ ਬਾਦਸ਼ਾਹ ਬਣ ਕੇ ਦਿਨ ਸ਼ੁਰੂ ਕਰਦੇ ਹੋ। ਬੇਫਿਕਰ ਬਾਦਸ਼ਾਹ ਬਣ ਕੇ ਹਰ ਕਰਮ ਕਰਦੇ ਹੋ। ਬੇਫਿਕਰ ਬਾਦਸ਼ਾਹ ਬਣ ਕੇ ਆਰਾਮ ਦੀ ਨੀਂਦ ਕਰਦੇ ਹੋ, ਸੁੱਖ ਦੀ ਨੀਂਦ, ਸ਼ਾਂਤੀ ਦੀ ਨੀਂਦ ਕਰਦੇ ਹੋ। ਅਜਿਹੇ ਬੇਫਿਕਰ ਬਾਦਸ਼ਾਹ ਬਣ ਗਏ ਹੋ ਨਾ? ਅਜਿਹੇ ਬਣੇ ਹੋ ਜਾਂ ਕੋਈ ਫਿਕਰ ਹੈ? ਬਾਪ ਦੇ ਉੱਪਰ ਜ਼ਿੰਮੇਵਾਰੀ ਦੇ ਦਿੱਤੀ ਤਾਂ ਬੇਫਿਕਰ ਹੋ ਗਏ। ਆਪਣੇ ਉੱਪਰ ਜ਼ਿੰਮੇਵਾਰੀ ਸਮਝਣ ਨਾਲ ਫਿਕਰ ਹੁੰਦਾ ਹੈ। ਜ਼ਿੰਮੇਵਾਰੀ ਬਾਪ ਦੀ ਹੈ। ਮੈਂ ਤਾਂ ਨਿਮਿਤ ਸੇਵਾਧਾਰੀ ਹਾਂ, ਮੈਂ ਨਿਮਿਤ ਕਰਮ ਯੋਗੀ ਹਾਂ। ਕਰਾਵਨਹਾਰ ਬਾਪ ਹੈ, ਨਿਮਿਤ ਕਰਨਹਾਰ ਮੈਂ ਹਾਂ। ਜੇ ਇਹ ਸਮ੍ਰਿਤੀ ਹਰ ਸਮੇਂ ਆਪੇ ਹੀ ਰਹਿੰਦੀ ਹੈ ਤਾਂ ਹਮੇਸ਼ਾ ਹੀ ਬੇਫਿਕਰ ਬਾਦਸ਼ਾਹ ਹੋ। ਜੇਕਰ ਗਲਤੀ ਨਾਲ ਕਿਸੇ ਵੀ ਵਿਅਰਥ ਭਾਵ ਦਾ ਆਪਣੇ ਉੱਪਰ ਬੋਝ ਚੁੱਕ ਲੈਂਦੇ ਹੋ ਤਾਂ ਤਾਜ ਦੀ ਬਜਾਏ ਫਿਕਰ ਦੇ ਅਨੇਕ ਟੋਕਰੇ ਸਿਰ ਤੇ ਆ ਜਾਂਦੇ ਨੇ। ਨਹੀਂ ਤਾਂ ਸਦਾ ਲਾਈਟ ਦੇ ਤਾਜਧਾਰੀ ਬੇਫਿਕਰ ਬਾਦਸ਼ਾਹ ਹੋ। ਬਸ ਬਾਪ ਔਰ ਮੈਂ, ਤੀਜਾ ਨਾ ਕੋਈ। ਇਹ ਅਨੁਭੂਤੀ ਸਦਾ ਬੇਫਿਕਰ ਬਾਦਸ਼ਾਹ ਬਣਾ ਦਿੰਦੀ ਹੈ। ਤਾਂ ਤਾਜਧਾਰੀ ਹੋ ਜਾਂ ਟੋਕਰੇਧਾਰੀ ਹੋ। ਟੋਕਰਾ ਚੱਕਣਾ ਤੇ ਤਾਜ ਪਾਣਾ ਕਿੰਨਾ ਫਰਕ ਹੋ ਗਿਆ। ਇੱਕ ਤਾਜਧਾਰੀ ਨੂੰ ਆਪਣੇ ਸਾਹਮਣੇ ਖੜਾ ਕਰੋ, ਇੱਕ ਬੋਝ ਵਾਲੇ ਟੋਕਰੇ ਵਾਲੇ ਨੂੰ ਖੜਾ ਕਰੋ। ਦੋਵਾਂ ਵਿੱਚੋਂ ਕੀ ਪਸੰਦ ਆਵੇਗਾ, ਤਾਜ ਵਾਲਾ ਜਾਂ ਟੋਕਰੇ ਵਾਲਾ? ਕਈ ਜਨਮਾਂ ਦੇ ਕਈ ਟੋਕਰੇ ਬੋਝ ਦੇ ਬਾਪ ਆ ਕੇ ਉਤਾਰ ਕੇ ਹਲਕਾ ਬਣਾ ਦਿੰਦਾ ਹੈ। ਤਾਂ ਬੇਫਿਕਰ ਬਾਦਸ਼ਾਹ ਅਰਥਾਤ ਹਮੇਸ਼ਾ ਡਬਲ ਲਾਈਟ ਰਹਿਣ ਵਾਲੇ ਜਦ ਤੱਕ ਬਾਦਸ਼ਾਹ ਨਹੀਂ ਬਣੇ, ਉਦੋਂ ਤੱਕ ਇਹ ਕਰਮ ਇੰਦਰੀਆਂ ਵੀ ਆਪਣੇ ਵਸ਼ ਵਿੱਚ ਨਹੀਂ ਰਹਿ ਸਕਦੀਆਂ। ਰਾਜਾ ਬਣਦੇ ਹੋ ਤਾਂ ਹੀ ਮਾਇਆ ਜੀਤ, ਕਰਮਿੰਦਰੀਆ ਜੀਤ, ਪ੍ਰਕਿਰਤੀ ਜੀਤ ਬਣ ਸਕਦੇ ਹੋ। ਤਾਂ ਰਾਜ ਸਭਾ ਵਿੱਚ ਬੈਠੇ ਹੋ ਨਾ? ਅੱਛਾ, ਅੱਜ ਯੂਰਪ ਦਾ ਟਰਨ ਹੈ। ਯੂਰਪ ਨੇ ਚੰਗਾ ਵਿਸਤਾਰ ਕੀਤਾ ਹੈ। ਯੂਰਪ ਨੇ ਆਪਣੇ ਗੁਆਂਢੀ ਦੇਸ਼ਾਂ ਦੇ ਕਲਿਆਣ ਦਾ ਵੀ ਪਲਾਨ ਚੰਗਾ ਬਣਾਇਆ ਹੈ। ਜਿਵੇਂ ਬਾਪ ਹਮੇਸ਼ਾ ਕਲਿਆਣਕਾਰੀ ਹੈ, ਉਵੇਂ ਬੱਚੇ ਵੀ ਬਾਪ ਸਮਾਨ ਕਲਿਆਣ ਦੀ ਭਾਵਨਾ ਰੱਖਣ ਵਾਲੇ ਨੇ। ਹੁਣ ਕਿਸੇ ਨੂੰ ਵੀ ਵੇਖੋਗੇ ਤਾਂ ਰਹਿਮ ਆਂਦਾ ਹੈ ਨਾ ਕਿ ਇਹ ਵੀ ਬਾਪ ਦਾ ਬਣ ਜਾਵੇ। ਵੇਖੋ ਬਾਪ ਦਾਦਾ ਸਥਾਪਨਾ ਦੇ ਸਮੇਂ ਤੋਂ ਲੈ ਕੇ ਵਿਦੇਸ਼ ਦੇ ਸਾਰੇ ਬੱਚਿਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਯਾਦ ਕਰਦੇ ਰਹਿੰਦੇ ਨੇ। ਤੇ ਬਾਪ ਦਾਦਾ ਦੀ ਯਾਦ ਨਾਲ ਹੀ ਸਮੇਂ ਆਉਣ ਤੇ ਚਾਰੋਂ ਪਾਸੋਂ ਦੇ ਬੱਚੇ ਵੀ ਪਹੁੰਚ ਗਏ ਨੇ। ਪਰ ਬਾਪ ਦਾਦਾ ਨੇ ਆਵਾਹਨ ਤਾਂ ਬਹੁਤ ਸਮੇਂ ਤੋਂ ਕੀਤਾ ਹੋਇਆ ਨਾ। ਆਵਾਹਨ ਦੇ ਕਾਰਨ ਤੁਸੀਂ ਲੋਕ ਵੀ ਚੁੰਬਕ ਦੀ ਤਰ੍ਹਾਂ ਆਕਰਸ਼ਿਤ ਹੋ ਕੇ ਪਹੁੰਚ ਗਏ ਹੋ। ਐਵੇਂ ਲੱਗਦਾ ਹੈ ਕਿਵੇਂ ਅਸੀਂ ਬਾਬਾ ਦੇ ਬਣ ਗਏ। ਇਹ ਤਾਂ ਚੰਗਾ ਲੱਗਦਾ ਹੈ, ਪਰ ਇਹ ਕੀ ਹੋ ਗਿਆ, ਕਿਵੇਂ ਹੋ ਗਿਆ? ਇਹ ਬੈਠ ਕੇ ਸੋਚਣਾ, ਕਿੱਥੋਂ ਤੋਂ ਕਿੱਥੇ ਪਹੁੰਚ ਗਏ। ਤਾਂ ਸੋਚਣ ਨਾਲ ਵਚਿੱਤਰ ਵੀ ਲੱਗਦਾ ਹੈ, ਪਰ ਡਰਾਮਾ ਵਿੱਚ ਨੂੰਦੀ ਹੋਈ ਹੈ ਨਾ। ਡਰਾਮਾ ਦੀ ਨੂੰਦ ਨੇ ਸਾਰਿਆਂ ਨੂੰ ਕੋਨੇ-ਕੋਨੇ ਤੋਂ ਕੱਢ ਕੇ ਇੱਕ ਪਰਿਵਾਰ ਵਿੱਚ ਪਹੁੰਚਾ ਦਿੱਤਾ।
ਹੁਣ ਇਹੀ ਪਰਿਵਾਰ ਆਪਣਾ ਲੱਗਣ ਦੇ ਕਾਰਨ ਪਿਆਰਾ ਵੀ ਲੱਗਦਾ ਹੈ। ਬਾਪ ਪਿਆਰੇ ਤੇ ਪਿਆਰਾ ਹੈ, ਤੁਸੀਂ ਵੀ ਸਾਰੇ ਪਿਆਰੇ ਬਣ ਗਏ ਹੋ। ਤੁਸੀਂ ਵੀ ਘੱਟ ਨਹੀਂ ਹੋ, ਤੁਸੀਂ ਸਾਰੇ ਹੀ ਬਾਪ ਦਾਦਾ ਦੇ ਸੰਗ ਦੇ ਰੰਗ ਵਿੱਚ ਅਤੀ ਪਿਆਰੇ ਬਣ ਗਏ ਹੋ। ਕਿਸੇ ਨੂੰ ਵੀ ਵੇਖੋ, ਹਰ ਇੱਕ ਦੂਜੇ ਤੋਂ ਪਿਆਰਾ ਲੱਗਦਾ ਹੈ। ਹਰ ਇੱਕ ਦੇ ਚਿਹਰੇ ਤੇ ਰੂਹਾਨੀਅਤ ਦਾ ਪ੍ਰਭਾਵ ਵਿਖਾਈ ਦਿੰਦਾ ਹੈ। ਫੋਰਨਰਸ ਨੂੰ ਮੇਕਅਪ ਕਰਨਾ ਚੰਗਾ ਲੱਗਦਾ ਹੈ ਨਾ, ਵਿਦੇਸ਼ੀਆਂ ਨੂੰ ਮੇਕਅਪ ਕਰਨਾ ਚੰਗਾ ਲੱਗਦਾ ਹੈ ਨਾ, ਤਾਂ ਇਹ ਫਰਿਸ਼ਤੇਪਨ ਦੇ ਮੇਕਅਪ ਕਰਨ ਦਾ ਸਥਾਨ ਹੈ। ਇਹ ਮੇਕਅਪ ਐਵੇਂ ਦਾ ਹੈ ਜੋ ਫਰਿਸ਼ਤਾ ਬਣ ਜਾਂਦੇ ਹੋ। ਜਿਵੇਂ ਮੇਕਅਪ ਤੋਂ ਬਾਅਦ ਕੋਈ ਕਿਵੇਂ ਦਾ ਵੀ ਹੋਵੇ, ਪਰ ਉਸ ਦਾ ਰੂਪ ਬਦਲ ਜਾਂਦਾ ਹੈ ਨਾ। ਮੇਕਅਪ ਤਾਂ ਬਹੁਤ ਸੋਹਣਾ ਲੱਗਦਾ ਹੈ। ਇੱਥੇ ਵੀ ਸਾਰੇ ਚਮਕਦੇ ਹੋਏ ਫਰਿਸ਼ਤੇ ਲੱਗਦੇ ਹੋ, ਕਿਉਂਕਿ ਰੂਹਾਨੀ ਮੇਕਅਪ ਕਰ ਲਿੱਤਾ ਹੈ ਨਾ। ਉਸ ਮੇਕਅਪ ਵਿੱਚ ਤਾਂ ਨੁਕਸਾਨ ਵੀ ਹੋ ਜਾਂਦਾ ਹੈ, ਇਸ ਵਿੱਚ ਕੋਈ ਨੁਕਸਾਨ ਨਹੀਂ। ਸਾਰੇ ਚਮਕਦੇ ਹੋਏ ਸਰਵ ਦੇ ਸਨੇਹੀ ਆਤਮਾਵਾਂ ਹੋਣਾ। ਇੱਥੇ ਸਨੇਹ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ। ਉੱਠੋ ਤਾਂ ਵੀ ਸਨੇਹ ਨਾਲ ਗੁੱਡ ਮਾਰਨਿੰਗ ਕਰਦੇ ਹੋ, ਖਾਂਦੇ ਹੋ ਤਾਂ ਵੀ ਸਨੇਹ ਨਾਲ ਬ੍ਰਹਮਾ ਭੋਜਨ ਖਾਂਦੇ ਹੋ, ਚਲਦੇ ਹੋ ਤਾਂ ਵੀ ਸਨੇਹ ਨਾਲ ਬਾਪ ਦੇ ਨਾਲ ਹੱਥ ਵਿੱਚ ਹੱਥ ਮਿਲਾ ਕੇ ਚੱਲਦੇ ਹੋ। ਫਾਰਨਰਸ ਨੂੰ ਹੱਥ ਵਿੱਚ ਹੱਥ ਮਿਲਾ ਕੇ ਚੱਲਣਾ ਚੰਗਾ ਲੱਗਦਾ ਹੈ ਨਾ, ਤਾਂ ਬਾਪ ਦਾਦਾ ਵੀ ਕਹਿੰਦੇ ਨੇ ਹਮੇਸ਼ਾ ਬਾਪ ਨੂੰ ਹੱਥ ਵਿੱਚ ਹੱਥ ਦੇ ਕੇ ਫਿਰ ਚੱਲੋ, ਕੱਲੇ ਨਾ ਚੱਲੋ। ਕੱਲੇ ਚੱਲੋਗੇ ਤਾਂ ਕਦੇ ਬੋਰ ਹੋ ਜਾਓਗੇ, ਕਦੇ ਕਿਸੇ ਦੀ ਨਜ਼ਰ ਵੀ ਪੈ ਜਾਵੇਗੀ। ਬਾਪ ਦੇ ਨਾਲ ਚੱਲੋਗੇ, ਇੱਕ ਤਾਂ ਮਾਇਆ ਦੀ ਨਜ਼ਰ ਨਹੀਂ ਪਵੇਗੀ, ਦੂਜਾ ਬਾਪ ਨਾਲ ਹੋਣ ਦੇ ਕਾਰਨ ਹਮੇਸ਼ਾ ਹੀ ਖੁਸ਼ੀ ਨਾਲ ਮੌਜ ਨਾਲ ਖਾਂਦੇ ਚਲਦੇ ਮੌਜ ਮਨਾਉਂਦੇ ਜਾਓਗੇ। ਤਾਂ ਸਾਥੀ ਸਭ ਨੂੰ ਪਸੰਦ ਹੈ ਨਾ, ਕਿ ਹੋਰ ਕੋਈ ਚਾਹੀਦਾ ਹੈ? ਹੋਰ ਕਿਸੇ ਕੰਪੈਨੀਅਨ ਦੀ ਜ਼ਰੂਰਤ ਤਾਂ ਨਹੀਂ ਹੈ। ਕਦੇ ਥੋੜਾ ਦਿਲ ਬਹਿਲਾਉਣ ਦੇ ਲਈ ਕੋਈ ਹੋਰ ਚਾਹੀਦਾ ਹੋਵੇ। ਧੋਖਾ ਦੇਣ ਵਾਲੇ ਸੰਬੰਧਾਂ ਤੋਂ ਛੁੱਟ ਗਏ ਹੋ ਨਾ, ਉਸ ਵਿੱਚ ਧੋਖਾ ਵੀ ਹੈ, ਦੁੱਖ ਵੀ ਹੈ। ਹੁਣ ਐਵੇਂ ਦੇ ਸੰਬੰਧ ਵਿੱਚ ਆ ਗਏ ਜਿੱਥੇ ਨਾ ਧੋਖਾ ਹੈ ਨਾ ਦੁੱਖ ਹੈ। ਬਚ ਗਏ ਹੋ ਨਾ, ਹਮੇਸ਼ਾ ਦੇ ਲਈ ਬਚ ਗਏ ਹੋ। ਐਵੇਂ ਪੱਕੇ ਹੋ, ਕੋਈ ਕੱਚੇ ਤਾਂ ਨਹੀਂ। ਐਵੇਂ ਤਾਂ ਨਹੀਂ ਉੱਥੇ ਜਾ ਕੇ ਪੱਤਰ ਲਿਖੋਗੇ, ਕੀ ਕਰੀਏ ਕਿਵੇਂ ਕਰੀਏ, ਮਾਇਆ ਹੀ ਆ ਗਈ। ਯੂਰਪ ਵਾਲਿਆਂ ਨੇ ਵਿਸ਼ੇਸ਼ ਕਿਹੜਾ ਕਮਾਲ ਕੀਤਾ ਹੈ? ਬਾਪ ਦਾਦਾ ਹਮੇਸ਼ਾ ਵੇਖਦੇ ਰਹਿੰਦੇ ਨੇ। ਬਾਪ ਜੋ ਕਹਿੰਦੇ ਨੇ, ਹਰ ਵਾਰੀ ਬਾਪ ਦੇ ਅੱਗੇ ਗੁਲਦਸਤਾ ਲੈ ਕੇ ਆਣਾ, ਤਾਂ ਉਹ ਬਾਪ ਦੇ ਬੋਲਾਂ ਨੂੰ ਪ੍ਰੈਕਟੀਕਲ ਵਿੱਚ ਲਿਆਉਣ ਦਾ ਸਾਰਿਆਂ ਨੇ ਚੰਗਾ ਅਟੈਂਸ਼ਨ ਰੱਖਿਆ ਹੈ। ਇਹ ਉਮੰਗ ਉਤਸ਼ਾਹ ਹਮੇਸ਼ਾ ਹੀ ਰਿਹਾ ਹੈ, ਹੁਣ ਵੀ ਹੈ। ਹਰ ਵਾਰੀ ਨਵੇਂ ਵਿਛੜੇ ਹੋਏ ਬਾਪ ਦੇ ਬੱਚੇ ਆਪਣੇ ਘਰ ਪਹੁੰਚ ਗਏ, ਆਪਣੇ ਪਰਿਵਾਰ ਵਿੱਚ ਪਹੁੰਚੇ, ਤਾਂ ਬਾਪ ਦਾਦਾ ਵੇਖ ਰਹੇ ਨੇ ਯੂਰਪ ਨੇ ਲਕਸ਼ ਰੱਖ ਕੇ ਵ੍ਰਿੱਧੀ ਚੰਗੀ ਕੀਤੀ ਹੈ। ਬਾਪ ਦੇ ਮਹਾਵਾਕਿਆਂ ਨੂੰ, ਆਗਿਆ ਨੂੰ ਪਾਲਨ ਕਰਨ ਵਾਲੇ ਆਗਿਆਕਾਰੀ ਕਹਿਲਾਏ ਜਾਂਦੇ ਨੇ। ਜੋ ਆਗਿਆਕਾਰੀ ਬੱਚੇ ਹੁੰਦੇ ਨੇ, ਉਹਨਾਂ ਤੇ ਵਿਸ਼ੇਸ਼ ਬਾਪ ਦੀ ਆਸ਼ੀਰਵਾਦ ਸਦਾ ਹੀ ਰਹਿੰਦੀ ਹੈ। ਆਗਿਆਕਾਰੀ ਬੱਚੇ ਆਪੇ ਹੀ ਆਸ਼ੀਰਵਾਦ ਦੇ ਪਾਤਰ ਆਤਮਾਵਾਂ ਹੁੰਦੇ ਨੇ। ਸਮਝਿਆ? ਕੁਝ ਵਰੇ ਪਹਿਲੇ ਕਿੰਨੇ ਥੋੜੇ ਸੀ, ਪਰ ਹੁਣ ਹਰ ਸਾਲ ਵ੍ਰਿੱਧੀ ਨੂੰ ਪ੍ਰਾਪਤ ਕਰਦੇ ਵੱਡੇ ਤੋਂ ਵੱਡਾ ਪਰਿਵਾਰ ਬਣ ਗਿਆ। 1 ਤੋਂ 2, 2 ਤੋਂ 3, ਹੁਣ ਤਾਂ ਕਿੰਨੇ ਸੈਂਟਰ ਹੋ ਗਏ। ਯੂਕੇ ਤਾਂ ਵੱਖ ਵੱਡਾ ਹੈ ਹੀ, ਕਨੈਕਸ਼ਨ ਤਾਂ ਸਭ ਦਾ ਯੂਕੇ ਤੋਂ ਹੈ ਨਾ, ਕਿਉਂਕਿ ਵਿਦੇਸ਼ ਦਾ ਫਾਊਂਡੇਸ਼ਨ ਹੀ ਉਹੀ ਹੈ। ਕਿੰਨੀਆਂ ਵੀ ਸ਼ਾਖਾਵਾਂ ਨਿਕਲ ਜਾਣ, ਝਾੜ ਵਿਸਤਾਰ ਨੂੰ ਪ੍ਰਾਪਤ ਕਰਦਾ ਰਹੇ, ਲੇਕਿਨ ਕਨੈਕਸ਼ਨ ਦਾ ਫਾਊਂਡੇਸ਼ਨ ਨਾਲ ਹੀ ਹੁੰਦਾ ਹੈ ਨਾ। ਜੇਕਰ ਫਾਊਂਡੇਸ਼ਨ ਨਾਲ ਕਨੈਕਸ਼ਨ ਨਾ ਰਹੇ, ਫਿਰ ਵਿਸਤਾਰ ਵ੍ਰਿੱਧੀ ਨੂੰ ਕਿਵੇਂ ਪ੍ਰਾਪਤ ਕਰੇ? ਲੰਦਨ ਵਿੱਚ ਵਿਸ਼ੇਸ਼ ਅਨੰਨਿਆ ਰਤਨ ਨੂੰ ਨਿਮਿਤ ਬਣਾਇਆ, ਕਿਉਂਕਿ ਫਾਊਂਡੇਸ਼ਨ ਨੇ ਨਾ, ਤਾਂ ਸਾਰਿਆਂ ਦਾ ਕਨੈਕਸ਼ਨ, ਡਾਇਰੈਕਸ਼ਨ, ਸਹਿਜ ਮਿਲਣ ਦਾ ਪੁਰਸ਼ਾਰਥ ਤੇ ਸੇਵਾ ਦੋਨਾਂ ਵਿੱਚ ਸਹਿਜ ਹੋ ਜਾਂਦਾ ਹੈ। ਬਾਪ ਦਾਦਾ ਤਾਂ ਹੈ ਹੀ, ਬਾਪ ਦਾਦਾ ਦੇ ਬਿਨਾਂ ਤਾਂ 1 ਸੈਕਿੰਡ ਵੀ ਨਹੀਂ ਚੱਲ ਸਕਦੇ ਹੋ, ਐਵੇਂ ਕੰਬਾਈਨਡ ਹੈ। ਫਿਰ ਵੀ ਸਾਕਾਰ ਰੂਪ ਵਿੱਚ ਸੇਵਾ ਦੇ ਸਾਧਨਾ ਵਿੱਚ, ਸੇਵਾ ਦੇ ਪ੍ਰੋਗਰਾਮ ਪਲਾਨ ਤੇ ਨਾਲ ਆਪਣੀ ਸਵ ਉੱਨਤੀ ਦੇ ਲਈ ਕਿਸੇ ਨੂੰ ਵੀ ਕੋਈ ਵੀ ਡਾਇਰੈਕਸ਼ਨ ਚਾਹੀਦੀ ਹੈ,
ਤਾਂ ਕਨੈਕਸ਼ਨ ਰੱਖਿਆ ਹੋਇਆ ਹੈ। ਇਹ ਵੀ ਨਿਮਿਤ ਬਣਾਏ ਹੋਏ ਮਾਧਿਅਮ ਨੇ ਜਿਸ ਨਾਲ ਸਹਿਜ ਹੀ ਹੱਲ ਮਿਲ ਸਕੇ। ਕਈ ਵਾਰ ਮਾਇਆ ਦੇ ਐਵੇਂ ਦੇ ਤੂਫਾਨ ਆਉਂਦੇ ਨੇ ਜੋ ਬੁੱਧੀ ਕਲੀਅਰ ਨਾ ਹੋਣ ਦੇ ਕਾਰਨ ਬਾਪ ਦਾਦਾ ਦੇ ਡਾਇਰੈਕਸ਼ਨ ਨੂੰ, ਸ਼ਕਤੀ ਨੂੰ ਕੈਚ ਨਹੀਂ ਕਰ ਸਕਦੇ ਹੋ। ਐਵੇਂ ਜਿਸ ਨਾਲ ਟਾਈਮ ਵੇਸਟ ਨਾ ਜਾਵੇ। ਬਾਕੀ ਬਾਪ ਦਾਦਾ ਜਾਣਦੇ ਨੇ, ਹਿੰਮਤ ਵਾਲੇ ਨੇ, ਉੱਥੋਂ ਤੋਂ ਹੀ ਨਿਕਲ ਕੇ ਉੱਥੇ ਹੀ ਸੇਵਾ ਦੇ ਨਿਮਿਤ ਬਣ ਗਏ ਤਾਂ ਚੈਰਿਟੀ ਬਿਗਿਨਸ ਐਟ ਹੋਮ ਦਾ ਪਾਠ ਪੱਕਾ ਕੀਤਾ ਹੈ। ਉੱਥੋਂ ਦੇ ਨਿਮਿਤ ਬਣ ਵ੍ਰਿੱਧੀ ਨੂੰ ਪ੍ਰਾਪਤ ਕਰਾਣਾ ਇਹ ਬਹੁਤ ਚੰਗਾ ਹੈ। ਕਲਿਆਣ ਦੀ ਭਾਵਨਾ ਨਾਲ ਅੱਗੇ ਵਧ ਰਹੇ ਹੋ ਤਾਂ ਜਿੱਥੇ ਦ੍ਰਿੜ ਸੰਕਲਪ ਹੈ ਉੱਥੇ ਸਫਲਤਾ ਹੈ ਹੀ। ਕੁਝ ਵੀ ਹੋ ਜਾਵੇ ਪਰ ਸੇਵਾ ਵਿੱਚ ਸਫਲਤਾ ਪਾਉਣੀ ਹੀ ਹੈ। ਇਸ ਸ੍ਰੇਸ਼ਟ ਸੰਕਲਪ ਨੇ ਅੱਜ ਪ੍ਰਤੱਖ ਫਲ ਦਿੱਤਾ ਹੈ। ਹੁਣ ਆਪਣੇ ਸ੍ਰੇਸ਼ਟ ਪਰਿਵਾਰ ਨੂੰ ਵੇਖ ਵਿਸ਼ੇਸ਼ ਖੁਸ਼ੀ ਹੁੰਦੀ ਹੈ। ਵਿਸ਼ੇਸ਼ ਪਾਂਡਵ ਹੀ ਟੀਚਰ ਨੇ। ਸ਼ਕਤੀਆਂ ਹਮੇਸ਼ਾ ਮਦਦਗਾਰ ਤਾਂ ਹੈ ਹੀ। ਪਾਂਡਵਾਂ ਨਾਲ ਹਮੇਸ਼ਾ ਸੇਵਾ ਦੀ ਵਿਸ਼ੇਸ਼ ਵ੍ਰਿੱਧੀ ਦਾ ਪ੍ਰਤੱਖ ਫਲ ਮਿਲਦਾ ਹੈ। ਸੇਵਾ ਤੋਂ ਵੀ ਜ਼ਿਆਦਾ ਸੇਵਾ ਕੇਂਦਰਾਂ ਦੀ ਰਿਮਝਿਮ, ਸੇਵਾ ਕੇਂਦਰਾਂ ਦੀ ਰੌਣਕ ਸ਼ਕਤੀਆਂ ਨਾਲ ਹੁੰਦੀ ਹੈ। ਸ਼ਕਤੀਆਂ ਦਾ ਪਾਰਟ ਆਪਣਾ ਹੈ, ਪਾਂਡਵਾਂ ਦਾ ਆਪਣਾ ਹੈ। ਇਸ ਲਈ ਦੋਨੋਂ ਹੀ ਜ਼ਰੂਰੀ ਨੇ। ਹੁਣ ਤੁਸੀਂ ਲੋਕ ਜਗੇ ਹੋ ਇੱਕ ਦੋ ਦੇ ਨਾਲ, ਸਹਿਜ ਹੀ ਕਈ ਹੋਰ ਜਗਦੇ ਜਾਣਗੇ। ਮਿਹਨਤ ਤੇ ਟਾਈਮ ਤਾਂ ਲੱਗਿਆ ਪਰ ਹੁਣ ਚੰਗੀ ਤਰ੍ਹਾਂ ਵ੍ਰਿੱਧੀ ਨੂੰ ਪਾ ਰਹੇ ਹੋ। ਦ੍ਰਿੜ ਸੰਕਲਪ ਕਦੇ ਸਫਲ ਨਾ ਹੋਵੇ ਇਹ ਹੋ ਨਹੀਂ ਸਕਦਾ। ਇਹ ਪ੍ਰੈਕਟੀਕਲ ਪ੍ਰਤੱਖ ਫਲ ਦੇਖ ਰਹੇ ਹੋ। ਜੋ ਥੋੜਾ ਵੀ ਦਿਲ ਸ਼ਿਕਸਤ ਹੋ ਜਾਂਦੇ ਨੇ, ਇੱਥੇ ਤਾਂ ਹੋਣਾ ਹੀ ਨਹੀਂ ਤਾਂ ਆਪਣਾ ਥੋੜਾ ਜਿਹਾ ਕਮਜ਼ੋਰ ਸੰਕਲਪ ਸੇਵਾ ਵਿੱਚ ਵੀ ਫਰਕ ਲਿਆਂਦਾ ਹੈ। ਦ੍ਰਿੜਤਾ ਦਾ ਪਾਣੀ ਫਲ ਜਲਦੀ ਕੱਢਦਾ ਹੈ। ਦ੍ਰਿੜਤਾ ਹੀ ਸਫਲਤਾ ਦਿਲਾਂਦੀ ਹੈ। ਅੱਛਾ, ਹੁਣ ਹੈ ਅਵਿਅਕਤ ਮੁਰਲੀਆਂ ਤੋਂ ਚੁਣੇ ਹੋਏ ਬਾਪ ਦਾਦਾ ਦੇ ਮਹਾਵਾਕਿਆ। ਮੁਰਲੀ ਦਾ ਸਾਰ ਦਿੱਤਾ। ਪਰਮਾਤਮ ਦੁਆਵਾਂ ਲੈਣੀਆਂ ਨੇ ਤਾਂ ਆਗਿਆਕਾਰੀ ਬਣੋ। ਪਰਮਾਤਮ ਦੁਆਵਾਂ ਲੈਣੀਆਂ ਨੇ ਤਾਂ ਆਗਿਆਕਾਰੀ ਬਣੋ। ਜਿਵੇਂ ਬਾਪ ਨੇ ਕਿਹਾ ਉਵੇਂ ਕੀਤਾ। ਬਾਪ ਦਾ ਕਹਿਣਾ, ਬੱਚਿਆਂ ਦਾ ਕਰਨਾ, ਇਸ ਨੂੰ ਕਹਿੰਦੇ ਨੇ ਨੰਬਰ 1 ਆਗਿਆਕਾਰੀ। ਬਾਪ ਦੇ ਹਰ ਡਾਇਰੈਕਸ਼ਨ ਨੂੰ, ਸ਼੍ਰੀਮਤ ਨੂੰ ਯਥਾਰਥ ਸਮਝ ਕੇ ਪਾਲਨ ਕਰਨਾ, ਇਸ ਨੂੰ ਕਹਿੰਦੇ ਨੇ ਆਗਿਆਕਾਰੀ ਬਣਨਾ। ਸ਼੍ਰੀਮਤ ਵਿੱਚ ਸੰਕਲਪ ਮਾਤਰ ਵੀ ਮਨਮਤ ਜਾਂ ਪਰਮਤ ਨਾ ਹੋਵੇ। ਬਾਪ ਦੀ ਆਗਿਆ ਹੈ, ਮੈਨੂੰ ਇੱਕ ਨੂੰ ਯਾਦ ਕਰੋ। ਜੇਕਰ ਇਸ ਆਗਿਆ ਨੂੰ ਪਾਲਨ ਕਰਦੇ ਹੋ ਤਾਂ ਆਗਿਆਕਾਰੀ ਬੱਚਿਆਂ ਨੂੰ ਬਾਪ ਦੀਆਂ ਦੁਆਵਾਂ ਮਿਲਦੀਆਂ ਨੇ ਤਾਂ ਸਭ ਸਹਿਜ ਹੋ ਜਾਂਦਾ ਹੈ। ਬਾਪ ਦਾਦਾ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਦੇ ਸੌਣ ਤੱਕ ਮਨਸਾ ਵਾਚਾ ਕਰਮਣਾ, ਸੰਬੰਧ ਸੰਪਰਕ ਵਿੱਚ ਕਿਵੇਂ ਚੱਲਣਾ ਹੈ ਜਾਂ ਰਹਿਣਾ ਹੈ, ਸਭ ਦੇ ਲਈ ਸ਼੍ਰੀਮਤ ਅਰਥਾਤ ਆਗਿਆ ਦਿੱਤੀ ਹੋਈ ਹੈ। ਹਰ ਕਰਮ ਵਿੱਚ ਮਨਸਾ ਦੀ ਸਥਿਤੀ ਕਿਵੇਂ ਹੋਵੇ ਉਸ ਦਾ ਡਾਇਰੈਕਸ਼ਨ ਆਗਿਆ ਮਿਲੀ ਹੋਈ ਹੈ। ਉਸੇ ਆਗਿਆ ਪ੍ਰਮਾਣ ਚੱਲਦੇ ਚਲੋ। ਇਹੀ ਪਰਮਾਤਮ ਦੁਆਵਾਂ ਪ੍ਰਾਪਤ ਕਰਨ ਦਾ ਆਧਾਰ ਹੈ। ਇਹਨਾਂ ਦੁਆਵਾਂ ਦੇ ਕਾਰਨ ਆਗਿਆਕਾਰੀ ਬੱਚੇ ਹਮੇਸ਼ਾ ਡਬਲ ਲਾਈਟ ਉੜਦੀ ਕਲਾ ਦਾ ਅਨੁਭਵ ਕਰਦੇ ਨੇ। ਬਾਪ ਦੀ ਆਗਿਆ ਹੈ, ਕਿਸੇ ਵੀ ਆਤਮਾ ਨੂੰ ਦੁੱਖ ਨਾ ਦਿਓ, ਨਾ ਦੁੱਖ ਲਓ। ਪਰ ਕਈ ਬੱਚੇ ਦੁੱਖ ਦਿੰਦੇ ਨਹੀਂ ਪਰ ਲੈ ਲੈਂਦੇ ਨੇ। ਇਹ ਵੀ ਵਿਅਰਥ ਸੰਕਲਪ ਚੱਲਣ ਦਾ ਕਾਰਨ ਬਣ ਜਾਂਦਾ ਹੈ। ਕੋਈ ਵੀ ਵਿਅਰਥ ਗੱਲ ਸੁਣ ਕੇ ਦੁਖੀ ਹੋ ਗਏ। ਐਵੇਂ ਛੋਟੀ ਛੋਟੀ ਅਵਿਗਿਆਵਾਂ ਵੀ ਮਨ ਨੂੰ ਭਾਰੀ ਬਣਾ ਦਿੰਦੀਆਂ ਨੇ। ਭਾਰੀ ਹੋਣ ਦੇ ਕਾਰਨ ਉੱਚੀ ਸਥਿਤੀ ਵੱਲ ਉੱਡ ਨਹੀਂ ਸਕਦੇ। ਬਾਪ ਦਾਦਾ ਦੀ ਆਗਿਆ ਮਿਲੀ ਹੋਈ ਹੈ। ਬੱਚੇ ਨਾ ਵਿਅਰਥ ਸੋਚੋ, ਨਾ ਵੇਖੋ, ਨਾ ਵਿਅਰਥ ਸੁਣੋ, ਨਾ ਵਿਅਰਥ ਬੋਲੋ, ਨਾ ਵਿਅਰਥ ਕਰਮ ਵਿੱਚ ਸਮੇਂ ਗਵਾਓ। ਆਪ ਬੁਰਾਈ ਤੋਂ ਪਾਰ ਹੋ ਗਏ। ਹੁਣ ਐਵੇਂ ਆਗਿਆਕਾਰੀ ਚਰਿੱਤਰ ਦਾ ਚਿੱਤਰ ਬਣਾਓ ਤਾਂ ਪਰਮਾਤਮ ਦੁਆਵਾਂ ਦੇ ਅਧਿਕਾਰੀ ਬਣ ਜਾਓਗੇ। ਬਾਪ ਦੀ ਆਗਿਆ ਹੈ ਬੱਚੇ ਅੰਮ੍ਰਿਤ ਵੇਲੇ ਵਿਧੀ ਪੂਰਵਕ ਸ਼ਕਤੀਸ਼ਾਲੀ ਯਾਦ ਵਿੱਚ ਰਹੋ। ਹਰ ਕਰਮ ਕਰਮਯੋਗੀ ਬਣ ਕੇ ਨਿਮਿਤ ਭਾਵ ਨਾਲ ਨਿਰਮਾਣ ਬਣ ਕੇ ਕਰੋ। ਐਵੇਂ ਦ੍ਰਿਸ਼ਟੀਵਿੱਤੀ ਸਭ ਦੇ ਲਈ ਆਗਿਆ ਮਿਲੀ ਹੋਈ ਹੈ।
ਜੋ ਉਹਨਾਂ ਆਗਿਆਵਾਂ ਦਾ ਵਿਧੀ ਪੂਰਵਕ ਪਾਲਨ ਕਰਦੇ ਚਲੋ ਤਾਂ ਹਮੇਸ਼ਾ ਅਤਿ ਇੰਦਰੀਏ ਸੁਖ ਜਾਂ ਖੁਸ਼ੀ ਸੰਪੰਨ ਸ਼ਾਂਤ ਸਥਿਤੀ ਅਨੁਭਵ ਕਰਦੇ ਰਹੋਗੇ। ਬਾਪ ਦੀ ਆਗਿਆ ਹੈ ਬੱਚੇ, ਤਨ ਮਨ ਧਨ ਜਨ ਇਹਨਾਂ ਸਭ ਨੂੰ ਬਾਪ ਦੀ ਅਮਾਨਤ ਸਮਝੋ। ਜੋ ਵੀ ਸੰਕਲਪ ਕਰਦੇ ਹੋ ਉਹ ਪੋਜ਼ਿਟਿਵ ਹੋਣ, ਪੋਜ਼ਿਟਿਵ ਸੋਚੋ, ਸ਼ੁਭ ਭਾਵਨਾ ਦੇ ਸੰਕਲਪ ਕਰੋ। ਬੋਡੀ ਕੌਨਸ਼ੀਅਸ ਦੇ ਮੈਂ ਤੇ ਮੇਰੇਪਨ ਤੋਂ ਦੂਰ ਰਹੋ। ਇਹ ਦੋ ਮਾਇਆ ਦੇ ਦਰਵਾਜ਼ੇ ਨੇ। ਸੰਕਲਪ, ਸਮੇਂ, ਸਵਾਸ ਬ੍ਰਾਹਮਣ ਜੀਵਨ ਦੇ ਅਮੁੱਲ ਖਜ਼ਾਨੇ ਨੇ। ਇਹਨਾਂ ਨੂੰ ਵਿਅਰਥ ਨਾ ਗਵਾਓ, ਜਮਾ ਕਰੋ। ਸਮਰਥ ਰਹਿਣ ਦਾ ਆਧਾਰ ਹੈ ਹਮੇਸ਼ਾ ਤੇ ਆਪ ਆਗਿਆਕਾਰੀ ਬਣਨਾ। ਬਾਪ ਦਾਦਾ ਦੀ ਮੁੱਖ ਪਹਿਲੀ ਆਗਿਆ ਹੈ, ਪਵਿੱਤਰ ਬਣੋ, ਕਾਮਜੀਤ ਬਣੋ। ਇਸ ਆਗਿਆ ਨੂੰ ਪਾਲਨ ਕਰਨ ਵਿੱਚ ਮੈਜੋਰਿਟੀ ਪਾਸ ਹੋ ਜਾਂਦੇ ਨੇ, ਪਰ ਉਸ ਦਾ ਦੂਜਾ ਭਰਾ ਗੁੱਸਾ, ਉਸ ਵਿੱਚ ਕਦੇ-ਕਦੇ ਅੱਧਾ ਫੇਲ ਹੋ ਜਾਂਦੇ ਨੇ। ਕਈ ਕਹਿੰਦੇ ਨੇ ਕ੍ਰੋਧ ਨਹੀਂ ਕੀਤਾ, ਪਰ ਥੋੜਾ ਰੋਬ ਤਾਂ ਵਿਖਾਣਾ ਹੀ ਪੈਂਦਾ ਹੈ। ਤਾਂ ਇਹ ਵੀ ਆਗਿਆ ਹੋਈ ਜੋ ਖੁਸ਼ੀ ਦਾ ਅਨੁਭਵ ਕਰਨ ਨਹੀਂ ਦੇਵੇਗੀ। ਜੋ ਬੱਚੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਸਾਰੇ ਦਿਨ ਦੀ ਦਿਨਚਰਿਆ ਦੇ ਹਰ ਆਗਿਆ ਪ੍ਰਮਾਣ ਚੱਲਦੇ ਨੇ, ਉਹ ਕਦੇ ਮਿਹਨਤ ਦਾ ਅਨੁਭਵ ਨਹੀਂ ਕਰਦੇ। ਉਹਨਾਂ ਨੂੰ ਆਗਿਆਕਾਰੀ ਬਣਨ ਦਾ ਵਿਸ਼ੇਸ਼ ਫਲ ਬਾਪ ਦੇ ਆਸ਼ੀਰਵਾਦ ਦੀ ਅਨੁਭੂਤੀ ਹੁੰਦੀ ਹੈ। ਉਹਨਾਂ ਦਾ ਹਰ ਕਰਮ ਫਲਦਾਈ ਹੋ ਜਾਂਦਾ ਹੈ। ਜੋ ਆਗਿਆਕਾਰੀ ਬੱਚੇ ਨੇ ਉਹ ਹਮੇਸ਼ਾ ਸੰਤੁਸ਼ਟਤਾ ਦਾ ਅਨੁਭਵ ਕਰਦੇ ਨੇ। ਉਹਨਾਂ ਨੇ ਤਿੰਨਾਂ ਹੀ ਪ੍ਰਕਾਰ ਦੀ ਸੰਤੁਸ਼ਟਤਾ ਆਪੇ ਤੇ ਹਮੇਸ਼ਾ ਅਨੁਭਵ ਹੁੰਦੀ ਹੈ। ਪਹਿਲੀ, ਉਹ ਆਪ ਹੀ ਸੰਤੁਸ਼ਟ ਰਹਿੰਦੇ ਨੇ। ਦੂਜਾ, ਵਿਧੀ ਪੂਰਵਕ ਕੰਮ ਕਰਨ ਦੇ ਨਾਲ ਸਫਲਤਾ ਰੂਪੀ ਫਲ ਦੀ ਪ੍ਰਾਪਤੀ ਨਾਲ ਸੰਤੁਸ਼ਟ ਰਹਿੰਦੇ ਨੇ। ਤੀਜਾ, ਸਬੰਧ ਸੰਪਰਕ ਵਿੱਚ ਉਹਨਾਂ ਤੋਂ ਸਾਰੇ ਸੰਤੁਸ਼ਟ ਰਹਿੰਦੇ ਨੇ। ਆਗਿਆਕਾਰੀ ਬੱਚਿਆਂ ਦਾ ਹਰ ਕਰਮ ਆਗਿਆ ਪ੍ਰਮਾਣ ਹੋਣ ਦੇ ਕਾਰਨ ਸ੍ਰੇਸ਼ਟ ਹੁੰਦਾ ਹੈ। ਇਸ ਲਈ ਕੋਈ ਵੀ ਕਰਮ ਬੁੱਧੀ ਜਾਂ ਮਨ ਨੂੰ ਵਿਚਲਿਤ ਨਹੀਂ ਕਰਦਾ। ਠੀਕ ਕੀਤਾ ਜਾਂ ਨਹੀਂ ਕੀਤਾ ਇਹ ਸੰਕਲਪ ਵੀ ਨਹੀਂ ਆ ਸਕਦਾ। ਉਹ ਆਗਿਆ ਪ੍ਰਮਾਣ ਚੱਲਣ ਦੇ ਕਾਰਨ ਹਮੇਸ਼ਾ ਹਲਕੇ ਰਹਿੰਦੇ ਨੇ, ਕਿਉਂਕਿ ਉਹ ਕਰਮ ਦੇ ਬੰਧਨ ਵਸ਼ ਕੋਈ ਕਰਮ ਨਹੀਂ ਕਰਦੇ। ਹਰ ਕਰਮ ਆਗਿਆ ਪ੍ਰਮਾਣ ਕਰਨ ਦੇ ਕਾਰਨ ਪਰਮਾਤਮ ਆਸ਼ੀਰਵਾਦ ਦੀ ਪ੍ਰਾਪਤੀ ਦੇ ਫਲ ਸਰੂਪ ਉਹ ਹਮੇਸ਼ਾ ਹੀ ਅੰਦਰੂਨੀ ਵਿਲ ਪਾਵਰ ਦਾ, ਅਤਿ ਇੰਦਰੀਏ ਸੁਖ ਦਾ, ਭਰਪੂਰਤਾ ਦਾ ਅਨੁਭਵ ਕਰਦੇ ਨੇ। ਅੱਛਾ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ, ਨਮਸਤੇ, ਨਮਸਤੇ ਜੀ। ਵਰਦਾਨ ਹੈ, ਸੱਚੇ ਸਾਥੀ ਦਾ ਸਾਥ ਲੈਣ ਵਾਲੇ ਸਰਵ ਤੋਂ ਨਿਆਰੇ ਪਿਆਰੇ ਨਿਰਮੋਹੀ ਭਵ। ਸੱਚੇ ਸਾਥੀ ਦਾ ਸਾਥ ਲੈਣ ਵਾਲੇ ਸਰਵ ਤੋਂ ਨਿਆਰੇ ਪਿਆਰੇ ਨਿਰਮੋਹੀ ਭਵ। ਰੋਜ਼ ਅੰਮ੍ਰਿਤ ਵੇਲੇ ਸਬੰਧਾਂ ਦਾ ਸੁਖ ਬਾਪ ਦਾਦਾ ਤੋਂ ਲੈ ਕੇ ਹੋਰਾਂ ਨੂੰ ਦਾਨ ਕਰੋ। ਸਰਵ ਸੁੱਖਾਂ ਦੇ ਅਧਿਕਾਰੀ ਬਣ ਹੋਰਾਂ ਨੂੰ ਵੀ ਬਣਾਓ। ਕੋਈ ਵੀ ਕੰਮ ਹੈ ਉਸ ਵਿੱਚ ਸਾਕਾਰ ਸਾਥੀ ਯਾਦ ਨਾ ਆਵੇ, ਪਹਿਲਾਂ ਬਾਪ ਦੀ ਯਾਦ ਆਵੇ, ਕਿਉਂਕਿ ਸੱਚਾ ਮਿੱਤਰ ਤਾਂ ਬਾਪ ਹੀ ਹੈ। ਸੱਚੇ ਸਾਥੀ ਦਾ ਸਾਥ ਲਵੋਗੇ ਤਾਂ ਸਹਿਜ ਹੀ ਸਰਵ ਤੋਂ ਨਿਆਰੇ ਤੇ ਪਿਆਰੇ ਬਣ ਜਾਓਗੇ। ਜੋ ਸਰਵ ਸੰਬੰਧਾਂ ਨਾਲ ਹਰ ਕੰਮ ਵਿੱਚ ਇੱਕ ਬਾਪ ਨੂੰ ਯਾਦ ਕਰਦੇ ਰਹਿੰਦੇ ਨੇ, ਉਹ ਸਹਿਜ ਨਿਰਮੋਹੀ ਬਣ ਜਾਂਦੇ ਨੇ। ਉਹਨਾਂ ਦਾ ਕਿਸੇ ਵੀ ਤਰਫ ਲਗਾਵ ਅਰਥਾਤ ਝੁਕਾਵ ਨਹੀਂ ਰਹਿੰਦਾ। ਇਸ ਲਈ ਮਾਇਆ ਤੋਂ ਹਾਰ ਵੀ ਨਹੀਂ ਹੋ ਸਕਦੀ। ਸਲੋਗਨ ਹੈ, ਮਾਇਆ ਨੂੰ ਵੇਖਣ ਜਾਂ ਜਾਣਨ ਦੇ ਲਈ ਤ੍ਰਿਕਾਲਦਰਸ਼ੀ ਤ੍ਰਿਨੇਤਰੀ ਬਣੋ, ਤਦ ਵਿਜयी ਬਣੋਗੇ। ਮਾਇਆ ਨੂੰ ਵੇਖਣ ਜਾਂ ਜਾਣਨ ਦੇ ਲਈ ਤ੍ਰਿਕਾਲਦਰਸ਼ੀ ਤ੍ਰਿਨੇਤਰੀ ਬਣੋ, ਤਦ ਵਿਜयी ਬਣੋਗੇ। ਅੱਛਾ, ਓਮ ਸ਼ਾਂਤੀ।